सत श्री अकाल, स्वागत है तुहाडा सारिਆਂ ਦਾ NRI वर्ड ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਮੈਂ ਹਾਜ਼ਰ ਹਾਂ ਰੁਪਿੰਦਰ ਕੌਰ। ਅੱਜ ਦੇ ਐਪੀਸੋਡ ਵਿੱਚ ਗੱਲ ਕਰਾਂਗੇ ਸਿਆਸਤ ਦੀ, ਮਨੋਰੰਜਨ ਦੀ, ਵਪਾਰ ਦੀ ਤੇ ਸੱਭਿਆਚਾਰ ਦੀ। ਸੋ ਆਓ ਸ਼ੁਰੂ ਕਰਦੇ ਹਾਂ NRI वर्ड। आलोक मुखर्जी ਨੂੰ ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਦਾ ਮੁੜ ਤੋਂ ਚੇਅਰ ਨਿਯੁਕਤ ਕਰ ਲਿਆ ਗਿਆ ਹੈ। ਉਹ ਦੂਜੇ ਸ਼ਖਸ ਨੇ ਜਿਨ੍ਹਾਂ ਨੇ ਇੰਨੇ ਲੰਬੇ ਟਰਮ ਲਈ ਇਸ ਅਹੁਦੇ ਦੀ ਸੇਵਾ ਨਿਭਾਈ ਹੈ। ਇੱਕ ਨਜ਼ਰ ਆਲੋਕ ਮੁਖਰਜੀ ਦੇ ਜੀਵਨ ਤੇ। ਆਲੋਕ ਮੁਖਰਜੀ ਨੂੰ ਟੋਰਾਂਟੋ ਪੁਲਿਸ ਬੋਰਡ ਦਾ ਮੁੜ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਸਾਲ 2007 ਤੋਂ ਇਸ ਅਹੁਦੇ ਤੇ ਨਿਯੁਕਤ ਨੇ ਤੇ 2004 ਤੋਂ ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਨਾਲ ਸੇਵਾ ਨਿਭਾ ਰਹੇ ਨੇ। ਆਪਣੇ ਰੈਕੋਰਡ ਨਾਲ ਆਲੋਕ ਮੁਖਰਜੀ ਇਸ ਇੰਸਟੀਟਿਊਸ਼ਨ ਵਿੱਚ ਚੇਅਰਮੈਨ ਦੀ ਸਭ ਤੋਂ ਵੱਧ ਸਮੇਂ ਲਈ ਸੇਵਾ ਨਿਭਾਉਣ वाले दूजे व्यक्ति ने। टोरंटो पुलिस सर्विस बोर्ड में अपॉइंट हुआ था 2004 में 2004। उस वक़्त बोर्ड की हालत काफ़ी ख़राब थी। बोर्ड में आपसी झगड़े चल रहे थे, बोर्ड और पुलिस चीफ के बीच में झगड़ा चल रहा था। तो जब यहाँ पे जो चेयर थे उस वक़्त 2004 में एलन हाइसी, उन्होंने रिज़ाइन कर दिया तो उनकी सीट खाली हो गई। तो सिटी काउंसिल ने मुझसे तब कहा कि आप पुलिस बोर्ड में जाइए। आलोक मुखर्जी ਦਾ ਜਨਮ 1945 ਵਿੱਚ ਭਾਰਤ ਵਿੱਚ ਹੋਇਆ ਤੇ 1971 ਵਿੱਚ ਉਹ ਕੈਨੇਡਾ ਆ ਗਏ। ਉਦੋਂ ਤੋਂ ਹੁਣ ਤੱਕ ਟੋਰਾਂਟੋ ਬੋਰਡ ਆਫ ਐਜੂਕੇਸ਼ਨ, ਓਨਟਾਰੀਓ ਹਿਊਮਨ ਰਾਈਟਸ ਕਮਿਸ਼ਨ ਤੇ ਕਈ ਹੋਰ ਆਰਗੇਨਾਈਜੇਸ਼ਨਸ ਨਾਲ ਕੰਮ ਕਰ ਚੁੱਕੇ ਨੇ। एक तो ये था कि किस तरह से पुलिस और कम्युनिटी का रिश्ता जो है उसको सुधारा जाए। उसको करने के लिए ये ज़रूरी था कि पुलिस जो है वो हमारी कम्युनिटी को रिफ़्लेक्ट करे। तो हायरिंग में कि यहाँ पे पुलिस में काम करने वाले जो हैं वो हमारी सारी कम्युनिटीज़ से आए, सिर्फ नीचे ही तबके पे नहीं मगर पूरी ऑर्गेनाइजेशन में टॉप टू बॉटम। जी, एक वो था। तीसरा था कि जो पुलिस के ख़िलाफ़ जो शिकायतें होती हैं कि उन्होंने ठीक से सलूक नहीं किया, उनके बिहेवियर में रेसिज्म था, डिस्क्रिमिनेशन था, उन्होंने लोगों के साथ जाति की है, तो हम उन चीज़ों को ठीक से डील करें। बेशक बीते साल सोशल वैबसाइट ते विवादग्रस्त टिप्पणी कारण आलोक मुखर्जी सुर्खियां विच रहे, पर उन्हां ਵੱਲੋਂ माफ़ी ਮੰਗਣ ਤੇ ਇਹ ਮਾਮਲਾ ਠੰਡਾ ਹੋ ਗਿਆ ਤੇ ਸਿਵਿਲੀਅਨ ਬੋਰਡ ਵੱਲੋਂ 7 ਵਿੱਚੋਂ 6 ਵੋਟਾਂ ਹਾਸਲ ਕਰਕੇ ਉਹਨਾਂ ਨੇ ਆਪਣੇ ਅਹੁਦੇ ਤੇ ਦੁਬਾਰਾ ਤਾਕ ਜਮਾਈ ਹੈ। ਹਰਨੇਹਾ ਗੁਲਾਟੀ, PDC ਨਿਊਜ਼, ਟੋਰਾਂਟੋ, ਕੈਨੇਡਾ। ਕੌਂਸਲੇਟ ਜਨਰਲ ਆਫ ਇੰਡੀਆ ਇਨ ਟੋਰਾਂਟੋ ਦੇ ਦਫ਼ਤਰ ਵਿਖੇ ਹੋਈਆਂ ਰਿਪਬਲਿਕ ਡੇ ਸੈਲੀਬ੍ਰੇਸ਼ਨਸ ਤੋਂ ਬਾਅਦ ਪੈਨੋਰਾਮਾ ਇੰਡੀਆ ਵੱਲੋਂ ਟੋਰਾਂਟੋ ਵਿਖੇ ਰਿਪਬਲਿਕ ਡੇ ਸੈਲੀਬ੍ਰੇਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਦੇ ਮੁੱਖ ਮਹਿਮਾਨ ਰਹੇ ਕੌਂਸਲੇਟ ਜਨਰਲ ਆਫ ਇੰਡੀਆ ਇਨ ਟੋਰਾਂਟੋ ਅਖਿਲੇਸ਼ ਮਿਸ਼ਰਾ, ਇਮੀਗ੍ਰੇਸ਼ਨ ਮਿਨਿਸਟਰ ਕ੍ਰਿਸ ਅਲੈਗਜ਼ੈਂਡਰ ਅਤੇ MP ਬਾਲਗੋਸਲ। ਇਸ ਤੋਂ ਇਲਾਵਾ ਸ਼ਹਿਰ ਦੀਆਂ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਰਹੀਆਂ। ਇਸ ਮੌਕੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ ਨਾਚ ਅਤੇ ਲੋਕ ਗੀਤ ਪੇਸ਼ ਕੀਤੇ ਗਏ। ਵਿਦੇਸ਼ਾਂ ਵਿੱਚ ਹਿੰਦੁਸਤਾਨੀ ਪ੍ਰੋਗਰਾਮਸ ਵਿੱਚ ਲੋਕਾਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਜਾਂਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੈਨੋਰਾਮਾ ਇੰਡੀਆ ਵੱਲੋਂ ਰਿਪਬਲਿਕ ਡੇ ਸੈਲੀਬ੍ਰੇਸ਼ਨਸ ਦਾ ਪ੍ਰੋਗਰਾਮ ਰੱਖਿਆ ਗਿਆ। ਇਸ ਸਾਲ ਦੇ ਪ੍ਰੋਗਰਾਮ ਵਿੱਚ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਮਿਨਿਸਟਰ ਕ੍ਰਿਸ ਅਲੈਗਜ਼ੈਂਡਰ ਵੱਲੋਂ ਚੀਫ ਗੈਸਟ ਦੇ ਤੌਰ ਤੇ ਸ਼ਮੂਲੀਅਤ ਕੀਤੀ ਗਈ। ਉਹਨਾਂ ਨਾਲ MP ਬਾਲਗੋਸਲ ਵੀ ਸ਼ਾਮਿਲ ਸਨ ਅਤੇ ਇਸ ਤੋਂ ਇਲਾਵਾ ਕਈ ਸਿਆਸੀ ਸ਼ਖਸੀਅਤਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। Namaskar, great to be here for this celebration of a Republic Day that means a lot for Canadians because India has been, throughout all the time that we've had Canadian citizenship and we've had full sovereignty, it has been one of our main partners, and those values that unite us are embodied in the Indian Constitution, which was adopted on this day. ਸਭ ਤੋਂ ਪਹਿਲਾਂ ਮੈਂ PTC ਦਾ ਧੰਨਵਾਦੀ ਜਿਨ੍ਹਾਂ ਨੇ ਕਿ ਅੱਜ ਇਸ ਇਵੈਂਟ ਨੂੰ ਕਵਰ ਕੀਤਾ। ਮੈਂ ਗਵਰਨਮੈਂਟ ਆਫ ਕੈਨੇਡਾ ਵੱਲੋਂ, ਪ੍ਰਾਈਮ ਮਿਨਿਸਟਰ ਹਾਰਪਰ ਵੱਲੋਂ ਸਾਰਿਆਂ ਨੂੰ ਇਸ ਰਿਪਬਲਿਕ ਡੇ ਦੇ ਬਹੁਤ-ਬਹੁਤ ਵਧਾਈ ਪੇਸ਼ ਕਰਦਾ। ਬਹੁਤ ਵਧੀਆ ਲੱਗਦਾ ਜਦੋਂ ਆਪਾਂ ਕੋਈ ਵੀ ਜਿਹੜਾ ਫੈਸਟੀਵਲ ਆ ਇੰਡੀਆ ਦਾ, ਪੰਜਾਬ ਦਾ, ਇੱਥੇ ਕੈਨੇਡਾ ਦੇ ਵਿੱਚ ਸੈਲੀਬ੍ਰੇਟ ਕਰਦੇ ਹਾਂ, ਸਪੈਸ਼ਲੀ ਰਿਪਬਲਿਕ ਡੇ 26 ਜਨਵਰੀ, ਸੱਚ ਅ ਬਿਗ ਡੇ। ਸੋ ਉਹਦੇ ਲਈ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦਾ।
ਭਾਰਤ ਦੇ ਟੋਰਾਂਟੋ ਵਿੱਚ ਸਥਿਤ ਕੌਂਸਲੇਟ ਜਨਰਲ ਅਖਿਲੇਸ਼ ਮਿਸ਼ਰਾ ਨੇ ਵੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਲੋਕਾਂ ਦਾ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। Republic Day is a celebration of freedom and democracy. And when we celebrate Republic Day in this great country, great wonderful province of Ontario, it really multiplies the joy of celebration. ਰਿਪਬਲਿਕ ਡੇ ਸੈਲੀਬ੍ਰੇਸ਼ਨਸ ਦੇ ਇਸ ਸਾਲ ਦੇ ਪ੍ਰੋਗਰਾਮ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਸਿਰਫ GTA ਤੋਂ ਹੀ ਨਹੀਂ ਬਲਕਿ ਬਾਕੀ ਸੂਬਿਆਂ ਤੋਂ ਵੀ ਲੋਕ ਪੁੱਜੇ ਸਨ। हम राजस्थान का फोक डांस चिरमी पेश कर रहे हैं। चिरमी डांस जब लड़की अपने ससुराल में होती है और मैके की याद आती है, अपने भाई और पिताजी की राह देख के लिए इसी के लिए वो ये गाना गाती है। So we're representing UP, Uttar Pradesh, and we've been preparing for about a month or two. And the type of dance is usually the traditional UP dance. There's no it's not like there's no name for it. It's just what they do there traditionally. And yeah. ਰਿਪਬਲਿਕ ਡੇ ਸੈਲੀਬ੍ਰੇਸ਼ਨਸ ਵਿੱਚ ਖਾਣ ਪੀਣ ਦਾ ਵੀ ਬੰਦੋਬਸਤ ਕੀਤਾ ਗਿਆ ਸੀ ਅਤੇ ਲੋਕਾਂ ਨੇ ਮੀਨਾ ਬਾਜ਼ਾਰ ਵਰਗੇ ਮਾਹੌਲ ਦਾ ਆਨੰਦ ਮਾਣਿਆ। मैं एक्चुअली कनाडा में brought up थी, so जब मैं यहाँ पे आती हूँ like it's a sense of culture, you know, from India. It's very interesting and it influences me a lot. So. जी बहुत ही अच्छा और गर्वान्वित फील कर रहा हूँ मैं आज यहाँ पे 66वें गणतंत्र दिवस समारोह में हिस्सा लेके, और आप यकीन नहीं मानेंगे जब अपना राष्ट्रगान हो रहा था तो मेरी आंखों में आंसू आ गए थे। दैट्स अ रियली प्राउड मोमेंट फॉर अस। 15 साल ਸਾਨੂੰ ਆਉਣ ਹੋ ਗਏ ਤੇ ਉੱਥੇ ਵੀ ਬਹੁਤ ਸਕੂਲਾਂ 'ਚ ਮਨਾਉਂਦੇ ਸੀ ਸਭ ਕੁਝ, ਇੱਥੇ ਵੀ ਬਹੁਤ ਵਧੀਆ ਲੱਗਦਾ, ਸਾਰੀਆਂ ਕਮਿਊਨਿਟੀਆਂ ਇਕੱਠੀਆਂ, ਖਾਸ ਬਹੁਤ ਵਧੀਆ। ਪੈਨੋਰਾਮਾ ਇੰਡੀਆ ਵੱਲੋਂ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਬਹੁਤ ਹੀ ਜ਼ਿਆਦਾ ਰੌਣਕਾਂ ਲੱਗੀਆਂ। ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੇ ਪ੍ਰੋਗਰਾਮਸ ਵਿੱਚ ਭਾਗੀਦਾਰ ਬਣਨਾ, ਕਿਉਂਕਿ ਇਹਨਾਂ ਪ੍ਰੋਗਰਾਮਸ ਵਿੱਚ ਆਪਣੇ ਦੇਸ਼ ਨੂੰ ਯਾਦ ਕਰਨ ਦਾ ਮੌਕਾ ਮਿਲਦਾ ਹੈ, ਆਪਣੇ ਸੱਭਿਆਚਾਰ ਬਾਰੇ ਗੱਲਬਾਤ ਕਰਨ ਨੂੰ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਆਉਣ ਵਾਲੀ ਜਨਰੇਸ਼ਨ ਲਈ ਵੀ ਇਹ ਪ੍ਰੋਗਰਾਮਸ ਬਹੁਤ ਜ਼ਰੂਰੀ ਹਨ ਤਾਂ ਕਿ ਉਹਨਾਂ ਨੂੰ ਆਪਣੇ ਦੇਸ਼ ਅਤੇ ਆਪਣੇ ਸੱਭਿਆਚਾਰ ਬਾਰੇ ਜਾਣਕਾਰੀ ਮਿਲ ਸਕੇ। ਹਰਨੀਹਾ ਗੁਲਾਟੀ, PTC ਨਿਊਜ਼, ਮਿਸਿਸਾਗਾ, ਕੈਨੇਡਾ। ਬੀਤੇ ਦਿਨ ਹੀ ਕੈਨੇਡਾ ਭਰ ਵਿੱਚ ਲੇ-ਆਫ ਦੀਆਂ ਕਈ ਖਬਰਾਂ ਸੁਣਨ ਵਿੱਚ ਆਈਆਂ। ਹੁਣ BC ਦੇ ਵੈਂਕੂਵਰ ਪੋਰਟ ਵਿਖੇ ਕੰਮ ਕਰਦੇ 600 ਟਰੱਕਰਜ਼ ਨੂੰ ਜੌਬ ਤੋਂ ਕੱਢ ਦਿੱਤਾ ਗਿਆ ਹੈ। ਇਹ ਫੈਸਲਾ ਵੈਂਕੂਵਰ ਪੋਰਟ ਅਥਾਰਟੀ ਵੱਲੋਂ ਲਿਆ ਗਿਆ ਹੈ। ਇਸ ਦੇ ਰੋਸ ਵਜੋਂ ਟਰੱਕਰਜ਼ ਵੱਲੋਂ ਹਾਲੈਂਡ ਪਾਰਕ ਵਿਖੇ ਇੱਕ ਮੁਜ਼ਾਹਰਾ ਰੈਲੀ ਕੀਤੀ ਗਈ। ਵੈਨਕੂਵਰ ਪੋਰਟ ਉੱਪਰ ਕੰਮ ਕਰਦੇ 600 ਦੇ ਕਰੀਬ ਟਰੱਕ ਡਰਾਈਵਰਸ ਨੂੰ ਲੇ ਆਫ ਕਰ ਦਿੱਤਾ ਗਿਆ ਹੈ, ਜੋ ਕਿ ਵੈਨਕੂਵਰ ਪੋਰਟ ਦੇ ਉੱਪਰ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਸਨ, ਜਿਸ ਨੂੰ ਲੈ ਕੇ ਵੈਨਕੂਵਰ ਵਿੱਚ ਟਰੱਕਰਸ ਦੇ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਉਹਨਾਂ ਵੱਲੋਂ ਸਰੀ ਦੇ ਹਾਲੈਂਡ ਪਾਰਕ ਵਿੱਚ ਰੈਲੀ ਕੱਢੀ ਗਈ। ਤਕਰੀਬਨ 10 ਦਿਨ ਪਹਿਲਾਂ ਉਹਨਾਂ ਨੇ ਇੱਕ ਈਮੇਲ ਕੱਢ ਦਿੱਤੀ ਸਾਰੀਆਂ ਕੰਪਨੀਆਂ ਨੂੰ ਵੀ ਭਾਈ ਤੁਹਾਡੇ 650 ਤੋਂ ਉੱਪਰ ਜਿਹੜੇ ਬੰਦੇ ਆ ਉਹ 31 ਜਨਵਰੀ ਤੋਂ ਬਾਅਦ ਕੰਮ ਨਹੀਂ ਕਰ ਸਕਦੇ। ਉਹ ਕੱਲਾ 650 ਟਰੱਕਰ ਨਹੀਂਗਾ, 650 ਫੈਮਲੀਜ਼ ਆ। ਕਿਸੇ ਦੇ ਬਜ਼ੁਰਗ ਡਿਪੈਂਡੈਂਟ ਕਰਦੇ ਉਹਨਾਂ ਤੇ, ਕਿਸੇ ਦੇ ਬੈਕ ਇੰਡੀਆ ਦੇ ਵਿੱਚ ਪਰਿਵਾਰ ਵੀ ਡਿਪੈਂਡ ਕਰਦੇ ਆ। ਤੇ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੂੰਗਾ, ਜਿਹੜਾ 650 ਵੀਰ ਜਿਨ੍ਹਾਂ ਨੂੰ ਕੰਮ ਤੋਂ ਕੱਢਿਆ ਆ, ਉਹਨਾਂ ਦੇ ਵਿੱਚੋਂ 100 ਤੋਂ ਉੱਪਰ ਇਹੋ ਜਿਹੇ ਵੀਰ ਆ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਆ। ਜਿਹੜੇ ਵੀਰ ਦੀ 50 ਸਾਲ ਦੀ ਉਮਰ ਆ, ਉਹਨਾਂ ਦੇ ਬੱਚੇ ਉਹਨਾਂ ਦੇ ਬਰਾਬਰ ਦੇ ਹੋਏ ਆ। I will be with you shoulder to shoulder to ensure that families, most of those families that are being kicked out of their jobs are from Surrey. They live in my community, and I see these young people. I've seen them door knocking in their streets. So I feel for them again. I am with all of the drivers and all of the families, and we'll continue to fight with you. देखो साडी फैडरल ਜਿਹੜੀ ਗਵਰਨਮੈਂਟ ਹੈਗੀ ਆ ਕੰਜ਼ਰਵੇਟਿਵ, ਉਹ ਪ੍ਰੋਵਿੰਸ਼ੀਅਲ ਨੂੰ ਬਲੇਮ ਦੇਈ ਜਾਂਦੀ ਆ, ਪ੍ਰੋਵਿੰਸ਼ੀਅਲ ਫੈਡਰਲ ਨੂੰ ਦੇਈ ਜਾਂਦਾ ਆ, ਕਈ ਪੋਰਟ ਨੂੰ ਦੇਈ ਜਾਂਦੇ ਆ। ਇਹ ਵਕਤ ਇੱਕ ਦੂਸਰੇ ਨੂੰ ਬਲੇਮ ਕਰਨ ਨੂੰ ਨਹੀਂਗਾ ਹੈਗਾ। ਇਹ ਟਾਈਮ ਹੈਗਾ ਵੀ ਪ੍ਰੋਵਿੰਸ਼ੀਅਲ, ਫੈਡਰਲ ਤੇ ਪੋਰਟ ਤਿੰਨੋਂ ਜਾਣੇ ਬੈਠ ਕੇ ਐਮਪਲੋਇਰ ਨਾਲ ਤੇ ਓਨਰ ਆਪਰੇਟਰ ਦੇ ਨਾਲ ਬੈਠ ਕੇ ਕੋਈ ਸਮਝੌਤਾ ਕਰਨ। ਦੇਖੋ ਇੰਨੇ ਕੰਮ ਚੱਲ ਗਏ ਆ, ਇਹ ਸਾਡੇ ਪਰਿਵਾਰਾਂ ਤੇ ਬਹੁਤ ਹੀ ਮਾੜਾ ਅਸਰ ਪੈਣਾ ਆ। 600 ਪਰਿਵਾਰ ਆ ਜਿਨ੍ਹਾਂ ਦੇ ਟਰੱਕ ਡਰਾਈਵਿੰਗ ਹੁਣ ਨਹੀਂ ਕਰ ਸਕਦੇ, ਉਹਨਾਂ ਦੇ 6 ਦੇ ਜੇ 4-4 ਵੀ ਘਰ ਜੀ ਵਿੱਚ ਹੋਏ 2400 ਤੇ ਫਰਕ ਪੈ ਗਿਆ। ਤੇ ਹੁਣ ਬਹੁਤ ਸਾਰੇ ਕੰਮ ਜਿਹੜੇ ਹੈਗੇ ਸਾਡੇ ਮੁਲਕ ਚੋਂ ਬਾਹਰ ਤੁਰੀ ਜਾਂਦੇ ਆ ਜਾਂ ਇੱਥੇ ਸਾਡੇ ਲੋਕਾਂ ਨੂੰ ਮਿਲਦੇ ਨਹੀਂ ਗਏ ਹੈਗੇ। ਤੇ ਹੁਣ ਇਹ ਕਈ ਪਰਿਵਾਰ ਹੈਗੇ ਜਿਨ੍ਹਾਂ ਨੂੰ ਪੋਰਟਸ ਦੇ ਵਿੱਚ ਕੰਮ ਕਰਦਿਆਂ ਨੂੰ 28 ਸਾਲ ਹੋ ਗਏ ਆ, ਤੇ ਕੋਈ ਕਲੈਰਿਟੀ ਹੈ ਨਹੀਂ, ਕੋਈ ਸਿਸਟਮ ਹੈ ਨਹੀਂ ਵੀ ਕਿਸ ਤਰ੍ਹਾਂ ਇਹ ਕਰ ਰਹੇ ਆ। ਪਹਿਲੇ ਦਿਨ ਰੈਲੀ ਕੀਤੀ, ਉਸ ਦਿਨ ਵੀ ਇਹਨਾਂ ਦੇ ਨਾਲ ਸੀ, ਅੱਜ ਵੀ ਆ ਔਰ ਫਿਊਚਰ ਦੇ ਵਿੱਚ ਵੀ, ਔਰ ਹੋਣਾ ਵੀ ਚਾਹੀਦਾ, ਕਿਉਂਕਿ ਇਕੱਲਾ ਮੈਂ ਨਹੀਂ ਸੋਚਦਾ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਦੀ ਵੇ
ਇਹ ਸਿਚੁਏਸ਼ਨ ਹੈਂਡਲ ਹੋਈ ਆ ਉਸ ਹਿਸਾਬ ਦੇ ਨਾਲ ਜਿਹੜਾ ਹੈਗਾ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਇਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਜਿਹੜਾ ਰੈਜ਼ੋਲੂਸ਼ਨ ਆ ਉਹ ਇਹਨਾਂ ਦੇ ਹੱਕ 'ਚ ਹੋ ਸਕੇ। ਇਸ ਰੈਲੀ ਦੇ ਵਿੱਚ ਹੈਰਾਨਗੀ ਵਾਲੀ ਗੱਲ ਇਹ ਰਹੀ ਕਿ ਜਿੱਥੇ 600 ਦੇ ਕਰੀਬ ਟਰੱਕਰਸ ਨੂੰ ਲੇ ਆਫ ਕੀਤਾ ਗਿਆ ਹੈ, ਪਰ ਇਸ ਰੈਲੀ ਦੇ ਵਿੱਚ ਸਿਰਫ 200 ਦੇ ਕਰੀਬ ਹੀ ਟਰੱਕਰਸ ਪਹੁੰਚੇ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਸੀ। ਦੂਜੇ ਪਾਸੇ ਇਹ ਮਸਲਾ ਪ੍ਰੋਵਿੰਸ਼ੀਅਲ ਅਤੇ ਫੈਡਰਲ ਗਵਰਨਮੈਂਟ ਦੋਨਾਂ ਹੀ ਸਰਕਾਰਾਂ ਦਾ ਹੈ ਅਤੇ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਹੀ ਦੋਨੇ ਸਰਕਾਰਾਂ ਇਸ ਮਸਲੇ ਦਾ ਹੱਲ ਕਰਨਗੀਆਂ। ਕੈਮਰਾਮੈਨ ਸਤੇਜ ਪੰਨੂ ਦੇ ਨਾਲ ਅਮਰਤਜੀਤ ਸਿੰਘ, PTC ਨਿਊਜ਼, ਸਰੀ, ਕੈਨੇਡਾ। NRI वर्ड ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਾਡਾ ਇਹ ਸਫ਼ਰ ਜਾਰੀ ਰਹੇਗਾ। ਤੁਸੀਂ ਬਣੇ ਰਹੋ ਸਾਡੇ ਨਾਲ। BC ਦੇ ਐਬਟਸਵਰਡ ਸ਼ਹਿਰ ਵਿਖੇ ਮੀਰੀ ਪੀਰੀ ਰੈਸਲਿੰਗ ਕਲੱਬ ਵੱਲੋਂ ਰੈਸਲਿੰਗ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਕਈ ਸਕੂਲਸ ਤੇ ਯੂਨੀਵਰਸਿਟੀਜ਼ ਨੇ ਹਿੱਸਾ ਲਿਆ। ਇਸ ਮੌਕੇ ਰੈਸਲਰਸ ਦੀ ਹੌਸਲਾ ਅਫਜ਼ਾਈ ਲਈ ਕਈ ਓਲੰਪੀਅਨਸ ਵੀ ਮੌਜੂਦ ਰਹੇ। BC ਦੇ ਐਬਟਸਫੋਰਡ ਸ਼ਹਿਰ ਦੇ ਵਿੱਚ ਮੀਰੀ ਪੀਰੀ ਰੈਸਲਿੰਗ ਵੱਲੋਂ 9ਵਾਂ ਮੀਰੀ ਪੀਰੀ ਰੈਸਲਿੰਗ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੇ ਵਿੱਚ 300 ਦੇ ਕਰੀਬ ਐਥਲੀਟਸ ਨੇ ਹਿੱਸਾ ਲਿਆ। ਇਹ ਜੀ ਗ੍ਰੇਡ 6 ਤੋਂ ਲੈ ਕੇ ਗ੍ਰੇਡ 12 ਤਾਈਂ ਇਹ ਟੂਰਨਾਮੈਂਟ ਹੋ ਰਿਹਾ। ਬਾਕੀ ਐਕਸਾਵੇਸ਼ਨ ਮੈਚ ਹੋ ਰਹੇ ਸੀ, ਜਿਹੜੇ ਯੂਨੀਵਰਸਿਟੀਆਂ ਦੇ 2 ਟੀਮਾਂ ਆਈਆਂ ਸੀਗੀਆਂ ਤੇ ਇਹ 9ਵਾਂ ਟੂਰਨਾਮੈਂਟ ਹੈ ਜੀ। ਸ਼ਹੀਦ ਭਾਈ ਭੁਪਿੰਦਰ ਸਿੰਘ ਸਪੋਰਟਸ ਕਲੱਬ ਅਤੇ ਮੀਰੀ ਪੀਰੀ ਰੈਸਲਿੰਗ ਕਲੱਬ ਵੱਲੋਂ ਇਹ ਹਰ ਸਾਲ ਦੀ ਤਰ੍ਹਾਂ ਕਰਾਇਆ ਜਾ ਰਿਹਾ ਤੇ ਇਹੋ ਨਵਾਂ ਟੂਰਨਾਮੈਂਟ ਸੀਗਾ ਸਾਡਾ। ਕਿੰਨੇ ਕੁ ਪਲੇਅਰ ਅੱਜ ਆਏ ਨੇ? ਅੱਜ ਕੋਈ ਅਬਾਊਟ 300 ਦੇ ਕਰੀਬ 350 ਕਰੀਬ ਪਲੇਅਰ ਇਹੋ ਵਿੱਚ ਹਿੱਸਾ ਲੈ ਰਹੇ, ਛੋਟੇ ਤੋਂ ਲੈ ਕੇ ਵੱਡੇ ਤਾਈਂ। ਤੇ ਇਸ ਟੂਰਨਾਮੈਂਟ ਵਿੱਚ ਹੌਸਲਾ ਅਫਜ਼ਾਈ ਕਰਨ ਲਈ ਕੋਈ ਓਲੰਪੀਅਨ ਵੀ ਆਏ ਨੇ ਅੱਜ? ਹਾਂਜੀ, ਇੱਥੇ ਜੈਪ ਥੂਈ ਇਹ ਪੁਰਾਣਾ ਸਿਲਵਰ ਮੈਡਲਿਸਟ ਕੈਨੇਡਾ ਦਾ, ਤੇ ਇਹ ਵੀ ਇਹਦੇ ਕੋਲ ਵੀ ਅਸੀਂ ਨਾਮ ਦਵਾਏ। ਹੋਰ ਵੀ ਬੰਦੇ ਓਲੰਪੀਅਨ ਆਏ ਹੋ ਆ, ਅਰਜਨ ਭੁੱਲਰ ਵੀ ਆਇਆ ਤੇ ਮਤਲਬ ਹੋਰ ਮੁੰਡੇ ਬੜੇ ਵਧੀਆ ਨੈਸ਼ਨਲ ਟੀਮ ਦੇ ਹੈਗੇ ਆ, ਚੰਨਮੀਤ ਫੂਲਕਾ, ਗੁਰਜੋਤ ਕੂਨਰ, ਹੋਰ ਜਿਹੜੇ ਨੈਸ਼ਨਲ ਦੇ ਕੈਨੇਡਾ ਦੀ ਟੀਮ ਦੇ ਵਿੱਚ ਘੁਲ ਰਹੇ ਆ ਇਸ ਵੇਲੇ, ਉਹ ਵੀ ਆਏ ਹੋਏ ਆ। Oh, it's a pretty good event, lots of people and good competition. The wrestlers are getting better and better. Well, if they display it as good as they did today, then there's going to be more interest and more people will join. Should be good in the future. ਬਹੁਤ ਸੋਹਣਾ ਟੂਰਨਾਮੈਂਟ ਹੋ ਰਿਹਾ ਜੀ। ਮੀਰੀ ਪੀਰੀ ਵਾਲੇ ਤਕਰੀਬਨ ਹਰ ਸਾਲ ਹੀ ਇਹਨਾਂ ਦਾ 9ਵਾਂ ਟੂਰਨਾਮੈਂਟ ਆ। ਇਹ ਸਕੂਲਾਂ ਦਾ ਟੂਰਨਾਮੈਂਟ ਹੁੰਦਾ ਆ ਜਿਹੜੇ 12ਵੀਂ ਤੱਕ, ਤੇ ਅੱਜ ਤਾਂ SFU ਦੇ ਵਿੱਚ ਮੁੰਡੇ ਆਏ ਹੋ ਸੀਗੇ, ਵਿੱਚ UVF ਦੇ ਮੁੰਡੇ ਆਏ ਸੀ। ਜਿਹੜੀਆਂ ਹੁਣ ਕੁਸ਼ਤੀਆਂ ਤੁਸੀਂ ਰਿਕਾਰਡ ਕੀਤੀਆਂ, ਜਿਹੜੀ ਫਾਈਨਲ ਕੁਸ਼ਤੀ ਮੈਂ ਨਹੀਂ ਜਿੱਤਿਆ ਆ, ਇਹ ਸਾਡੀ ਕਲੱਬ ਦਾ ਹੀ ਮੁੰਡਾ ਸੀਗਾ। ਬਹੁਤ ਉਤਸ਼ਾਹ ਮਿਲਦਾ ਜਦੋਂ ਇਸ ਤਰ੍ਹਾਂ ਦੇ ਟੂਰਨਾਮੈਂਟ ਹੁੰਦੇ। ਤੁਸੀਂ ਅੱਜ ਦੇਖਿਆ ਸਾਡੇ ਤਕਰੀਬਨ 60% ਤੋਂ ਜ਼ਿਆਦਾ ਬੱਚੇ ਜਿਹੜੇ ਆ ਉਹ ਇੰਡੀਅਨ ਸੀਗੇ। ਸੋ ਇੱਥੇ ਜਿਹੜਾ ਕੈਨੇਡਾ ਦੇ ਵਿੱਚ ਆ, ਮੈਂ ਕਹਿੰਦਾ ਪੰਜਾਬ ਨਾਲੋਂ ਹਿੰਦੁਸਤਾਨ ਨਾਲੋਂ ਬਹੁਤ ਜ਼ਿਆਦਾ ਸ਼ੌਕ ਹੈ। 300 kids participation है like every year across the BC सारे आए हैं। पोर्टल बर्नी, वैनकूवर आइलैंड तो लेकर के कैमलूप्स कलोना तक दे सारे पहलवान पहुंचे हुए, सारे हाई स्कूल पहुंचे हुए हैं। तो बड़ी रौनक लगी हुई है लड़कियों, गर्ल्स एंड बॉयज़। Boys started from elementary school to middle school to high school. Girls are from middle school to high school. It's good participation. इस टाइम BC ਦਾ one of the top tournaments ਹੈਗਾ ਹੈ। ਹੌਲੀ ਬਿਲਡ ਕਰੀ ਜਾ ਰਹੇ ਆਪਣੇ ਆਪਣੇ ਕਮਿਊਨਿਟੀ ਮੈਂ। I mean good tournament and lots of kids who's wrestling here. National champion ਹੈ, few international wrestlers ਵੀ ਹੈਗੇ ਆ, provincial champion ਹੈਗੇ ਆ। They're good quality tournament and quality wrestlers. ਖੁਸ਼ੀ ਦੀ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਵਿੱਚ ਵੱਡੀ ਗਿਣਤੀ ਵਿੱਚ ਵਲੰਟੀਅਰ ਨੇ ਵੀ ਆਪਣੀ ਸੇਵਾ ਨਿਭਾਈ ਅਤੇ ਨਵੇਂ ਐਥਲੀਟਸ ਦੀ ਹੌਸਲਾ ਅਫਜ਼ਾਈ ਕਰਨ ਲਈ ਓਲੰਪੀਅਨ ਵੀ ਪਹੁੰਚੇ ਹੋਏ ਸਨ ਅਤੇ ਓਵਰਆਲ ਟੂਰਨਾਮੈਂਟ ਬਹੁਤ ਹੀ ਸਕਸੈਸਫੁਲ ਰਿਹਾ। ਕੈਮਰਾਮੈਨ ਸੁਤੇਜ ਪੰਨੂ ਦੇ ਨਾਲ ਅਮਰਤਜੀਤ ਸਿੰਘ, PTC ਨਿਊਜ਼, ਐਬਟਸਫੋਰਡ, ਕੈਨੇਡਾ। ਕੈਨੇਡਾ ਭਰ ਵਿੱਚ ਅੱਜ ਕੱਲ੍ਹ ਖੇਡਾਂ ਨੂੰ ਕਾਫੀ ਤਵੱਜੋ ਦਿੱਤੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਅਸੀਂ ਗੱਲ ਕੀਤੀ ਰੈਸਲਿੰਗ ਦੀ, ਹੁਣ ਗੱਲ ਕਰਦੇ ਹਾਂ ਕਰਾਟੇ ਦੀ। ਰਿਚਮੰਡ ਸ਼ਹਿਰ ਦੇ ਰਿਚਮੰਡ ਓਵਲ ਵਿਖੇ ਕਰਾਟੇ ਕੈਨੇਡਾ ਵੱਲੋਂ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਸੂਬਿਆਂ ਤੋਂ ਪਲੇਅਰਸ ਨੇ ਹਿੱਸਾ ਲਿਆ। ਇੱਕ ਨਜ਼ਰ ਇਸ ਕਰਾਟੇ ਚੈਂਪੀਅਨਸ਼ਿਪ ਤੇ। ਰਿਚਮੰਡ ਸ਼ਹਿਰ ਵਿੱਚ ਕਰਾਟੇ ਕੈਨੇਡਾ ਵੱਲੋਂ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਦੇ ਵਿੱਚ ਕੈਨੇਡਾ ਦੀਆਂ ਵੱਖ-ਵੱਖ ਪ੍ਰੋਵਿੰਸ ਤੋਂ ਪਲੇਅਰਸ ਨੇ ਪਾਰਟਿਸਿਪੇਟ ਕੀਤਾ। Yes, this is our nationals, which means that Karate Canada is choosing best athletes for places in our national team.
The system of competition enables us to make sure that the best athletes are competing for Karate Canada team. A choice of athletes will go to first national team training, where they will be again reduced to one per category. This year we have Pan-American Games in Toronto, as well as Pan-American Championships in March of this year. So all these tournaments will provide us with best athletes to go for the Worlds in November this year. मेरे ख्याल 10-20% अपने लोग होंगे कराटी होन जिवें टोरंटो विच काफ़ी करदे है कि अपने जवाक नाले सरी ते एबसफोर्ड विच खुले हुए क्लब साडे सरी कराटी अकैडमी एबसफोर्ड कराटी अकैडमी सो BC टीम विचों भी 20-25% अपने होंदे है कि टीम दे कई साडे अपने नेशनल चैंपियन बने है कि एक 14-15 साल जॉश डिलन एबसफोर्ड तो वो जित गया हैगा नाले जसलीन वर्क सीनियर टीम ते हैगी आ ओहो पैन एम गेम्स तक भी इस साल पहुंच सकती हैगी आ मेरे ख्याल एक दो और भी अपने लोग national champion this weekend. Karate, it's competitive, obviously, but it's also you pushing yourself. You have to try your very hardest because it doesn't matter what the coaches are saying because at the end of the day, it's for you. I think all the people that want to join or want to think about joining, they should just think about if this is what you really want to do, then you can do it. Coming to national levels is harder than ਅਸੀਂ GTA Brampton ਤੋਂ ਮੈਂ ਆਇਆ ਹਾਂ ਤੇ ਮੇਰਾ ਕਲੱਬ ਵੀ Brampton 'ਚ ਹੀ ਹੈ ਸਾਡਾ ਜਿਹੜਾ ਹੈਗਾ ਆ ਤੇ ਅਸੀਂ ਇੱਥੇ ਕੈਨੇਡੀਅਨ ਨੈਸ਼ਨਲ ਚੈਂਪੀਅਨਸ਼ਿਪਸ ਕਰਾਟੇ ਦੇ ਲਈ ਆਏ ਹਾਂ ਪਿਛਲੇ 2-3 ਸਾਲਾਂ ਤੋਂ ਪ੍ਰੋਵਿੰਸ਼ੀਅਲ ਚੈਂਪੀਅਨ ਰਹਿ ਰਿਹਾ ਮੈਂ ਤੇ ਹਜੇ ਵੀ ਪ੍ਰੋਵਿੰਸ਼ੀਅਲ ਚੈਂਪੀਅਨ ਹੈਗਾ ਇੱਥੇ ਆ ਕੇ ਹੁਣ ਮੈਂ ਕੈਨੇਡੀਅਨ ਰੈਂਕ ਤੇ 4th ਆਇਆ ਹਾਂ There is I would say strong chance that Japanese government and Japanese organizer will propose karate as a sport to be introduced to Olympic Games. This is extremely important event for us. If we get to Olympic Games, our sport will finally get a rightful position among developed sports. ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਭਾਈਚਾਰੇ ਤੋਂ ਬੱਚੇ-ਬੱਚੀਆਂ ਵੀ ਕਰਾਟੇ ਵਿੱਚ ਪਾਰਟਿਸਿਪੇਟ ਕਰ ਰਹੇ ਹਨ। ਕਰਾਟੇ ਜੋ ਕਿ ਇਸ ਵੇਲੇ ਪੈਨਮ ਗੇਮ ਵਿੱਚ ਖੇਡੇ ਜਾ ਰਹੇ ਹਨ। ਉਮੀਦ ਕਰਦੇ ਹਾਂ ਕਿ 2020 ਵਿੱਚ ਜਾਪਾਨ ਵਿੱਚ ਹੋਣ ਜਾ ਰਹੀ 올림픽ਸ ਦੇ ਵਿੱਚ ਵੀ ਕਰਾਟੇ ਨੂੰ ਜਗ੍ਹਾ ਮਿਲ ਜਾਵੇਗੀ। ਕੈਮਰਾਮੈਨ ਸੁਤੇਜ ਪੰਨੂ ਦੇ ਨਾਲ ਅਮਰਿਤਜੀਤ ਸਿੰਘ PTC ਨਿਊਜ਼ ਰਿਚਮੰਡ ਕੈਨੇਡਾ। ਸੋ ਇਸ ਖਬਰ ਦੇ ਨਾਲ ਹੀ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਪਰ ਇਸ ਵਾਅਦੇ ਦੇ ਨਾਲ ਕਿ ਅਗਲੇ ਹਫਤੇ NRI ਵਰਡ ਦੀ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਟਿਲ ਦੈਨ ਗੁੱਡ ਬਾਏ ਐਂਡ ਟੇਕ ਕੇਅਰ।